ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਮਲਕੀਤ ਰੌਣੀ। ਤੁਸੀਂ ਦੇਖ ਰਹੇ ਹੋ ਨਜਿਫਟਾ ਟੀਵੀ। ਨਾਰਥ ਜ਼ੋਨ ਫਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਪੂਰੇ ਨਾਰਥ ਜ਼ੋਨ ਦੀ ਕਲਾਕਾਰਾਂ ਦੀ ਇੱਕ ਐਸੋਸੀਏਸ਼ਨ ਹੈ, ਉਹਦਾ ਆਪਣਾ ਇਹ YouTube ਚੈਨਲ ਹੈ। ਉਸ ਤੋਂ ਮੈਂ ਤੁਹਾਨੂੰ ਮੁਖਾਤਬ ਹੋ ਰਿਹਾ। ਸੋ ਅਸੀਂ ਇੱਕ ਸਿਲਸਿਲਾ ਸ਼ੁਰੂ ਕੀਤਾ ਹੈ ਕਿ ਆਪਣੇ ਜਿਹੜੇ ਕਲਾਕਾਰ ਨੇ, ਸਾਡੇ ਸੀਨੀਅਰ ਕਲਾਕਾਰ ਨੇ, ਜਿਨ੍ਹਾਂ ਕੋਲ ਜ਼ਿੰਦਗੀ ਦੇ ਤਲਖ ਤਜਰਬੇ ਨੇ, ਉਹਨਾਂ ਤਜਰਬਿਆਂ ਨੂੰ ਤੁਹਾਡੇ ਨਾਲ ਸਾਂਝਾ ਕਰਨ ਦੇ ਲਈ ਅਸੀਂ ਆਪਣੇ ਚੈਨਲ 'ਤੇ ਲੈ ਕੇ ਆਵਾਂਗੇ। ਸੋ ਅੱਜ ਜਿਹੜੀ ਪਹਿਲੀ ਸ਼ੁਰੂਆਤ ਅਸੀਂ ਕਰਨ ਜਾ ਰਹੇ ਹਾਂ, ਸਾਡੇ ਇਸ ਸੰਸਥਾ ਦੇ ਸਰਪ੍ਰਸਤ ਨੇ ਮੈਡਮ ਨਿਰਮਲ ਰਿਸ਼ੀ, ਜਿਨ੍ਹਾਂ ਦਾ ਇੱਕ ਵੱਡਾ ਨਾਂ ਹੈ ਸਮਾਜ ਦੇ ਵਿੱਚ, ਸਿਰਫ ਇਕੱਲਾ ਫਿਲਮਾਂ ਦੇ ਰਾਹੀਂ ਨਹੀਂ, ਕਿਉਂਕਿ ਉਹ ਬੇਬਾਕ ਹੋ ਕੇ ਜਦੋਂ ਗੱਲਾਂ ਕਰਦੇ ਨੇ ਸਮਾਜ ਬਾਰੇ, ਰਿਸ਼ਤਿਆਂ ਬਾਰੇ। ਸੋ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਫਿਰ ਜਾਣਾਂਗੇ ਉਹਨਾਂ ਕੋਲ ਉਹਨਾਂ ਦੀ ਸਫ਼ਰ ਦੀਆਂ ਗੱਲਾਂ ਬਾਤਾਂ। ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਜੀ। ਮੈਂ ਤਾਂ ਮੈਂਬਰ ਹੀ ਹਾਂ। ਮੇਰੀ ਤਾਂ ਘਰ ਦੀ ਐਸੋਸੀਏਸ਼ਨ। ਬਿਲਕੁਲ ਜੀ, ਬਿਲਕੁਲ। ਸਭ ਤੋਂ ਪਹਿਲਾਂ ਮੈਂ ਇੱਕ ਤੁਹਾਡੇ ਤੋਂ ਗੱਲ ਪੁੱਛਣਾ ਚਾਹੁੰਦਾ ਕਿ ਤੁਸੀਂ ਆਪਣੀ ਜਿਹੜਾ ਫਿਲਮੀ ਸਫ਼ਰ ਹੈ ਉਹ ਤੁਸੀਂ ਸ਼ੁਰੂ ਕੀਤਾ ਲੌਂਗ ਦਾ ਲਿਸ਼ਕਾਰਾ ਤੋਂ। ਉਸ ਵੇਲੇ ਪੰਜਾਬੀ ਸਿਨੇਮੇ ਦਾ ਕੁਛ ਹੋਰ ਤਰ੍ਹਾਂ ਦਾ ਮਾਹੌਲ ਸੀ। ਸਾਡੇ ਸਤਿਕਾਰਯੋਗ ਹਰਪਾਲ ਟਵਾਣਾ ਹੋਰਾਂ ਨੇ ਜਦੋਂ ਇਹ ਫਿਲਮ ਪਲਾਨ ਕੀਤੀ ਤਾਂ ਪੰਜਾਬੀ ਸਿਨੇਮੇ ਦਾ ਮਾਹੌਲ ਕੁਛ ਹੋਰ ਸੀ। ਬਹੁਤ ਫਰਕ ਸੀ। ਸੋ ਅੱਜ ਪੰਜਾਬੀ ਸਿਨੇਮੇ ਦਾ ਮਾਹੌਲ ਕੁਛ ਹੋਰ ਹੈ। ਬਹੁਤ ਸਾਰੀਆਂ ਫਿਲਮਾਂ ਬਣ ਰਹੀਆਂ, ਅਲੱਗ-ਅਲੱਗ ਵਿਸ਼ਿਆਂ ਨੂੰ ਲੈ ਕੇ ਫਿਲਮਾਂ ਬਣ ਰਹੀਆਂ। ਤੁਸੀਂ ਆਪਣੇ ਸਮਿਆਂ ਦੇ ਵਿੱਚ ਬਹੁਤ ਸਾਰੇ ਦੌਰ ਦੇਖੇ। ਇੱਕ ਜੱਟਵਾਦ ਦਾ ਦੌਰ ਵੀ ਆਇਆ, ਫਿਲਮਾਂ ਉਸ ਤਰ੍ਹਾਂ ਦੀਆਂ ਬਣਨ ਲੱਗੀਆਂ, ਫਿਰ ਕਮੇਡੀ ਫਿਲਮਾਂ ਬਣਨ ਲੱਗੀਆਂ। ਤੁਹਾਨੂੰ ਕੀ ਲੱਗਦਾ ਕਿ ਅੱਜ ਦਾ ਸਿਨੇਮਾ ਕਿਵੇਂ ਡਿਫਰੈਂਟ ਹੈ? ਅੱਜ ਦਾ ਸਿਨੇਮਾ ਡਿਫਰੈਂਟ ਇਸ ਕਰਕੇ ਹੈ ਕਿ ਹੁਣ ਟੈਕਨੀਕਲੀ ਬਹੁਤ ਐਡਵਾਂਸ ਹੋ ਗਿਆ ਹੈ। ਕਿਉਂਕਿ ਸਾਡੇ ਵੇਲੇ ਤਾਂ 81 ਤੋਂ ਫਿਲਮ ਸ਼ੁਰੂ ਕੀਤੀ ਸੀ, 83 ਵਿੱਚ ਕੱਢੀ ਸੀ। ਹੁਣ ਤਾਂ ਮੁੰਡੇ 6 ਮਹੀਨੇ 'ਚ 3 ਮਹੀਨੇ 'ਚ ਕੱਢ ਲੈਂਦੇ ਨੇ ਫਿਲਮ, ਕਿਉਂਕਿ ਸਾਰਾ ਕੰਮ ਆਪਣੇ ਪੰਜਾਬ 'ਚ ਹੁੰਦਾ ਹੈ, ਮੈਕਸੀਮਮ ਕੰਮ। ਔਰ ਜਿੰਨੇ ਵੀ ਯੂਨਿਟ ਦੇ ਬੰਦੇ ਹੈ, ਕੈਮਰਾਮੈਨ ਹੈ, ਸਪੌਟ ਬਾਏ ਹੈ, ਸਭ ਤੁਸੀਂ ਪੰਜਾਬ 'ਚੋਂ ਲੈਂਦੇ ਹੋ। ਤੁਹਾਨੂੰ ਦੂਰ ਕਿਤੇ ਜਾਣਾ ਨਹੀਂ ਪੈਂਦਾ। ਫਿਰ ਤੁਹਾਡਾ ਜਿਹੜੇ ਐਡਿਟ ਕਰਦੇ ਹੋ ਫਿਲਮ ਨੂੰ, ਮਿਊਜ਼ਿਕ ਕੀ, ਡਬਿੰਗ ਕੀ, ਸਾਰਾ ਕੁਝ ਪੰਜਾਬ 'ਚ ਹੁੰਦਾ ਹੈ, ਅਤੇ ਛੇਤੀ ਕੰਮ ਹੋ ਜਾਂਦਾ ਹੈ। ਪਰ ਉਦੋਂ ਜਿਹੜਾ ਮਾਹੌਲ ਸੀ, ਉਦੋਂ ਥੋੜ੍ਹਾ ਡਿਫਰੈਂਟ ਸੀਗਾ। ਜੋ ਵੀ ਕੋਈ ਫਿਲਮ ਕਰਦਾ ਸੀ ਬੜੇ ਡੈਡੀਕੇਸ਼ਨ ਡਿਵੋਸ਼ਨ ਨਾਲ ਕਰਦੇ ਸੀ, ਕਾਹਲ ਨਹੀਂ ਕਰਦੇ ਸੀ ਵੀ ਜਿਵੇਂ ਕਾਹਲੀ ਕਰਨੀ ਹੈ। ਚਾਹੇ ਸਬਜੈਕਟ ਕਿਹੋ ਜਿਹਾ ਵੀ ਹੁੰਦਾ ਸੀ, ਚੰਗਾ ਮਾੜਾ ਇਹੋ ਜਿਹਾ ਵੀ ਹੈ। ਜਿੰਨੇ ਵੀ ਰਾਈਟਰ ਸੀ, ਜਿਹੜੇ ਸਿੰਗਰ ਸੀ, ਬੜੇ ਪਿਆਰ ਨਾਲ ਅਤੇ ਉਸੇ ਨਾਲ ਕੰਮ ਕਰਦੇ ਸੀ। ਅਤੇ ਉਹ ਵਿੱਚ ਜਿਹੜਾ ਗੈਪ ਜਿਹਾ ਆ ਗਿਆ ਥੋੜ੍ਹਾ ਜਿਹਾ, ਉਹਨੇ ਥੋੜ੍ਹਾ ਗੜਬੜ ਜਿਹਾ ਹੋਇਆ। ਅਤੇ ਹੁਣ ਫਿਰ ਉਵੇਂ ਜਿਕਰ ਸੋਹਣਾ ਮਾਹੌਲ ਹੋ ਗਿਆ। ਉਸ ਤੋਂ ਵੀ ਜ਼ਿਆਦਾ ਉਸ ਵਕਤ ਉਹ ਮਾਹੌਲ ਠੀਕ ਸੀਗਾ ਉਹਨਾਂ ਲੋਕਾਂ ਮੁਤਾਬਕ, ਜਿਵੇਂ ਅਸੀਂ ਸੀਗੇ ਸਾਡੇ ਮੁਤਾਬਕ ਉਹ ਠੀਕ ਸੀ। ਹੁਣ ਜਿਹੜਾ ਮਾਹੌਲ ਹੈ, ਹੁਣ ਜਿਹੜੀ ਯੰਗ ਜਨਰੇਸ਼ਨ ਹੈ, ਉਹਨਾਂ ਮੁਤਾਬਕ ਇਹ ਮਾਹੌਲ ਬਹੁਤ ਅੱਛਾ। ਸਿਨੇਮਾ ਸਮੇਂ ਦੇ ਨਾਲ ਨਾਲ, ਨਿਰਮਲ ਰਿਸ਼ੀ ਮੈਡਮ ਹੋਰਾਂ ਦਾ ਕਹਿਣ ਦਾ ਭਾਵ ਹੈ ਕਿ ਸਿਨੇਮਾ ਸਮੇਂ ਦੇ ਨਾਲ ਨਾਲ ਬਦਲਦਾ ਰਿਹਾ। ਉਸ ਮਾਹੌਲ ਦੇ ਮੁਤਾਬਕ ਉਹ ਸਿਨੇਮਾ ਬਹੁਤ ਚੰਗਾ ਸਮਝਿਆ ਜਾਂਦਾ ਸੀ। ਸੋ ਅੱਜ ਜਦੋਂ ਸਿਨੇਮੇ ਨੂੰ ਅਸੀਂ ਬਦਲਦੀਆਂ ਪ੍ਰਸਥਿਤੀਆਂ ਦੇਖਦੇ ਹਾਂ, ਅੱਜ 2020 'ਚ ਗੱਲ ਕਰਦੇ ਹਾਂ, ਸੋ ਤੁਹਾਨੂੰ ਕੀ ਲੱਗਦਾ ਕਿ ਜਿਹੜਾ 2020 ਸਨ ਚੜ੍ਹਿਆ 2020, ਇਹਦੇ ਵਿੱਚ ਜਿਵੇਂ ਕਰੋਨਾ ਵਰਗੀ ਮਹਾਮਾਰੀ ਨੇ ਪੂਰੇ ਵਰਲਡ ਵਿੱਚ ਨੂੰ ਆਪਣੀ ਚਪੇਟ 'ਚ ਲਿਆ, ਸੋ ਸਿਨੇਮਾ ਨੂੰ ਕਿੰਨਾ ਕੁ ਪ੍ਰਭਾਵਿਤ ਕੀਤਾ ਇਹਨੇ? ਬਹੁਤ ਜ਼ਿਆਦਾ, ਬਹੁਤ ਹੀ ਜ਼ਿਆਦਾ। ਜਿਵੇਂ ਹੋਰ ਮਤਲਬ ਸਮਾਜਿਕ ਚੀਜ਼ਾਂ ਨੂੰ ਪ੍ਰਭਾਵਿਤ ਕੀਤਾ ਹੈ, ਉਵੇਂ ਜੇਕਰ ਸਿਨੇਮਾ ਨੇ ਬਹੁਤ ਪ੍ਰਭਾਵਿਤ ਕੀਤਾ। ਜਿਵੇਂ ਹੁਣ ਕੈਮਰਾਮੈਨ ਹੈ, ਆਰਟਿਸਟ ਹੈਗੇ ਆ, ਵੱਡਿਆਂ ਦੀ ਤਾਂ ਨਹੀਂ ਮੈਂ ਗੱਲ ਕਰਦੀ, ਛੋਟੇ ਆਰਟਿਸਟ ਹੈ, ਸਪੌਟ ਬਾਏ ਹੈ, ਕੈਮਰੇ ਵਾਲੇ ਹੈ ਜਾਂ ਲਾਈਟ ਵਾਲੇ ਹੈ, ਉਹਨਾਂ 'ਤੇ ਦੇਖੋ ਜੀ ਅਸਰ ਇਹ ਹੋਇਆ ਕਿ ਰੋਜ਼ੀ ਰੋਟੀ ਜਾਂਦੀ ਰਹੀ। ਇਹ ਤਾਂ ਸ਼ੁਕਰ ਹੈ ਕਿ ਤੁਸੀਂ ਸਾਰਿਆਂ ਦੀ ਹੈਲਪ ਕਰਦੇ ਰਹੇ, ਆਪਣੀ ਐਸੋਸੀਏਸ਼ਨ ਹੈਲਪ ਕਰਦੀ ਰਹੀ ਹੈ, ਦਾਲ ਰੋਟੀ ਦਾ ਸਿਸਟਮ ਬਣਾਉਂਦੀ ਰਹੀ ਹੈ ਵੀ ਇੰਨੇ ਦੁਖੀ ਨਹੀਂ ਹੋਏ ਬੱਚੇ ਜਿੰਨੇ ਮਤਲਬ ਜਿਵੇਂ ਹੁਣ ਸੁਸਾਈਡ ਕਮਿਟ ਕਰ ਲਿਆ, ਕਿੰਨੇ ਸਾਰੇ ਮਰ ਗਏ ਆ, ਕਿੰਨੇ ਸਾਰਾ ਸਮਾਜ ਵਿੱਚ ਦੇਖੋ ਸਹੀ ਤਰਥੱਲੀ ਮੱਚੀ ਪਈ ਹੈ ਵੀ ਅਸੀਂ ਭੁੱਖ ਨਾਲ ਮਰ ਜਾਂਗੇ, ਕਰੋਨਾ ਨਾਲ ਨਹੀਂ ਮਰਾਂਗੇ, ਭੁੱਖ ਨਾਲ ਮਰ ਜਾਂਗੇ। ਅਤੇ ਸਿਨੇਮੇ ਨੂੰ, ਬਾਕੀ ਸਿਨੇਮੇ ਥੀਏਟਰਸ ਨੂੰ, ਆਰਟਿਸਟ ਨੂੰ, ਕੈਮਰਾਮੈਨ ਨੂੰ, ਸਾਰਿਆਂ ਨੂੰ ਬਹੁਤ ਨੁਕਸਾਨ ਹੈ। ਹੁਣ ਇਹ ਵੀ ਨਹੀਂ ਪਤਾ ਵੀ ਕਿੰਨੀਆਂ ਸਾਰੀਆਂ ਫਿਲਮਾਂ ਬਣੀ ਪਈਆਂ, ਪ੍ਰੋਡਿਊਸਰ ਦਾ ਕਿੰਨੇ ਪੈਸੇ ਲੱਗੇ ਹੋਏ ਨੇ। ਗੱਲ ਤਾਂ ਉੱਥੇ ਹੀ ਆ ਜਾਂਦੀ ਹੈ ਨਾ ਵੀ ਹੁਣ ਕਿੰਨੇ ਕੁ ਪੈਸੇ ਉਹ ਖਰਚ ਸਕਦੇ ਨੇ। ਇੰਨਾ ਘਾਟਾ 8 ਮਹੀਨੇ 9 ਮਹੀਨੇ ਘਾਟਾ ਸਹਿ ਕੇ ਕਿੰਨੇ ਕੁ ਹੋਰ ਪੈਸੇ ਫਿਲਮਾਂ 'ਤੇ ਲਾ ਸਕਦੇ ਆ। ਅਤੇ ਆਰਟਿਸਟ ਨੂੰ ਵੀ ਚਾਹੀਦਾ ਵੀ ਆਪਣਾ ਠੀਕ ਹਿਸਾਬ ਕਿਤਾਬ ਰੱਖੇ, ਵੀ ਐਂ ਵੀ ਨਾ ਰੱਖੇ ਵੀ ਅਸੀਂ ਪ੍ਰੋਡਿਊਸਰ ਨੂੰ ਖਤਮ ਨਾ ਹੋਣ ਦੇਈਏ। ਬਿਲਕੁਲ, ਪ੍ਰੋਡਿਊਸਰ ਖਤਮ ਹੋ ਗਏ ਤਾਂ ਅਸੀਂ ਖਤਮ ਹੈ ਨਾ। ਵੀ ਹੈਵ ਟੂ ਕੰਪਰੋਮਾਈਜ਼ ਵਿਦ ਦਾ ਪ੍ਰੋਡਿਊਸਰ ਵਟ ਐਵਰ ਹੀ ਦੇ ਸੇ। ਇੰਨਾ ਵੀ ਨਹੀਂ ਵੀ ਅਸੀਂ ਥੱਲੇ ਡਿੱਗ ਜਾਈਏ, ਪਰ ਉਹਨਾਂ ਦੇ ਨਾਲ ਬੈਲੈਂਸ ਰੱਖਣਾ ਪਊਗਾ ਸਾਨੂੰ। ਜਿਹੜਾ ਇਹ ਘਾਟਾ ਹੈ ਇਹ ਅਸੀਂ ਹੌਲੀ ਹੌਲੀ ਮਤਲਬ ਲੱਗ ਜੂਗਾ, ਸਾਲ 1.5 ਸਾਲ ਪੂਰਾ ਹੋਣ। ਸਿਨੇਮਾ ਤੋਂ ਜਿਵੇਂ ਹੁਣ ਮੈਡਮ ਹੋਰਾਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਇਹ ਵਿਚਾਰ ਸਾਹਮਣੇ ਆਉਂਦਾ ਕਿ ਕਰੋਨਾ ਵਰਗੀ ਜਿਹੜੀ ਮਹਾਮਾਰੀ 'ਚ ਉੱਭਰਨ ਲਈ ਟਾਈਮ ਲੱਗਣਾ ਹੈ ਸਾਡੇ ਸਿਨੇਮੇ ਨੂੰ, ਪਰ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਜਿਹੜੇ ਪ੍ਰੋਡਿਊਸਰ ਹੈ ਉਹਦੀ ਵੀ ਹੈਲਪ ਕਰੀਏ। ਅਸੀਂ ਸਾਰੇ, ਕਿਉਂਕਿ ਸਾਡਾ ਪਰਿਵਾਰ ਹੈ, ਇਸ ਪਰਿਵਾਰ ਜੇ ਰਲ ਕੇ ਕਿਸੇ ਮਹਾਮਾਰੀ 'ਚੋਂ ਉੱਭਰ ਸਕਦਾ ਤਾਂ ਕਿਸੇ ਇੱਕ ਦੂਜੇ ਦੀ ਹੈਲਪ ਦੇ ਨਾਲ ਹੀ ਉੱਭਰ ਸਕਦਾ। ਇਕੱਲਿਆਂ ਨੂੰ ਸਾਨੂੰ ਔਖਾ ਬਹੁਤ ਹੋਊਗਾ। ਸੋ ਮੈਂ ਤੁਹਾਡੇ ਤੋਂ ਅਗਲਾ ਸਵਾਲ ਇਹ ਪੁੱਛਣਾ ਚਾਹੁੰਦਾ, ਜਿਵੇਂ ਆਪਣੀ ਸੰਸਥਾ ਹੈ ਜਿਹਦੇ ਤੁਸੀਂ ਸਰਪ੍ਰਸਤ ਹੋ, ਨਾਰਥ ਜ਼ੋਨ ਫਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ,
ਕਰੋਨਾ ਮਹਾਮਾਰੀ ਦੇ ਦੌਰਾਨ ਸੰਸਥਾ ਨੇ ਇੱਕ ਅਹਿਦ ਲਿਆ ਕਿ ਜਿਹੜੇ ਲੋਕ ਰੋਜ਼ ਕਮਾ ਕੇ ਖਾਣ ਵਾਲੇ ਡੇਲੀ ਵੇਜ ਵਾਲੇ ਲੋਕ ਨੇ, ਸੋ ਉਹਨਾਂ ਲੋਕਾਂ ਦੀ ਹੈਲਪ ਕੀਤੀ ਜਾਵੇ, ਚਾਹੇ ਉਹ ਦਵਾਈ ਕਿਸੇ ਨੂੰ ਲਗਾ ਦਵਾਈ ਖਾਂਦਾ ਹੈ ਜਾਂ ਕੋਈ ਅਨਾਜ ਦੀ ਕਿਸੇ ਨੂੰ ਪ੍ਰੋਬਲਮ ਹੈ, ਰਾਸ਼ਨ ਦੀ ਕਿਸੇ ਨੂੰ ਦਿੱਕਤ ਹੈ। ਸੋ ਬਹੁਤ ਸਾਰੇ ਲੋਕਾਂ ਨੇ ਜਾ ਕੇ ਉਹਨੂੰ ਅੱਗੇ ਜਾ ਕੇ ਰਾਸ਼ਨ ਵੰਡਿਆ ਵੀ। ਇਹਦੇ ਬਾਰੇ ਤੁਸੀਂ ਕੋਈ 2 ਸ਼ਬਦ ਕਹਿਣਾ ਚਾਹੁੰਦੇ ਹੋ? हाँ, ये बहुत अच्छी काम किया है, बहुत ही अच्छा बल्कि तुसी किया है अपनी एसोसीएशन ने, क्योंकि बेचारे स्पॉट बाय जिन्होंने किराए भी देने हैं, घर के बच्चे भी पालने हैं, रोटी भी खानी है, जोड़े रोज़ 1000 1500 ते सी ते वो फिर कितों लियाउणगे पैसा? तो 6 महीने किवें बंदा गुजारा करूगा? इन्ना शुक्र भी अपने एसोसीएशन के जिन्ने भी अटैच्ड बंदे सी उन्हां नूं तुसी बड़े प्यार नाल ते बड़े मतलब उन्हां दी जरूरतां मुताबक उन्हां नूं सांभिया ते उन्होंने कोई माड़ा स्टैप नहीं लिया। ये बहुत बहुत शुक्र है, मतलब अपनी एसोसीएशन वालों भी थैंक यू एसोसीएशन का भी उन्होंने इन्ना अच्छा काम किया है कि सारिਆਂ ਨੂੰ रोजी रोटी तो मतलब बेरोजगार नहीं होने दिता। रोजी रोटी मिलती रही, जिन्होंने दाल रोटी मिलती है वही बंदा जिउ सकता है। बाकी कितने बाकी जरूरतां ਅਸੀਂ ਘਟਾ ਵੀ ਸਕਦੇ ਹਾਂ, पर ढिड की जरूरत नहीं घटा सकते। हुण सारे मुल्क का कितना बुरा हाल है, बहुत अफसोस होता है, बहुत दुख है इस गल। ਜਿਵੇਂ ਇੱਕ ਸੰਗਠਨ ਬਣਿਆ, ਆਰਟਿਸਟਾਂ ਦਾ ਸੰਗਠਨ ਬਣਿਆ, ਕਿਉਂਕਿ ਆਰਟਿਸਟ ਇੱਕ ਐਸੀ ਚੀਜ਼ ਹੈ। ਅੱਜ ਆਪਾਂ ਜੇ ਗੱਲ ਕਰੀਏ ਤਾਂ ਮਾਨਸਾ ਜ਼ਿਲ੍ਹੇ ਦਾ ਪਿੰਡ ਖੀਵਾ, ਮੈਂ ਸਮਝਦਾ ਕਿ ਬਹੁਤ ਇੰਟੀਰੀਅਰ ਦਾ ਪਿੰਡ ਹੈ। ਨਿਰਮਲ ਰਿਸ਼ੀ ਜਦੋਂ ਇੰਨੇ ਸਾਲ ਪਹਿਲਾਂ ਇਹਨਾਂ ਪਿੰਡਾਂ 'ਚ ਉੱਠ ਕੇ ਆਪਣਾ ਕੈਰੀਅਰ ਸ਼ੁਰੂ ਕਰਦੀ ਹੈ ਤਾਂ ਦੂਜੀਆਂ ਸਾਡੇ ਬੱਚਿਆਂ ਲਈ ਇੱਕ ਮਿਸਾਲ ਬਣਦੀ ਹੈ, ਖਾਸ ਕਰਕੇ ਕੁੜੀਆਂ ਲਈ। ਜਦੋਂ ਕੁੜੀਆਂ ਨੇ ਘਰਾਂ ਦੇ ਵਿੱਚੋਂ ਨਿਕਲਣਾ ਹੁੰਦਾ ਇਸ ਫੀਲਡ ਵਿੱਚ ਜਾਣ ਲਈ, ਤਾਂ ਉਹਨਾਂ ਕੋਲ ਉਦਾਹਰਨ ਹੁੰਦੀ ਹੈ ਆਪਣੇ ਪੇਰੈਂਟਸ ਨੂੰ ਤਿਆਰ ਕਰਨ ਦੇ ਲਈ ਕਿ ਦੇਖੋ ਫਲਾਣਾ ਬੰਦਾ ਵੀ ਕਾਮਯਾਬ ਹੋਏ, ਨਿਰਮਲ ਰਿਸ਼ੀ ਮੈਡਮ ਕਾਮਯਾਬ ਹੋਏ, ਜਤਿੰਦਰ ਕੌਰ ਕਾਮਯਾਬ ਹੋਏ, ਜਾਂ ਆਪਾਂ ਕਰੀਏ ਕਿ 2-4 ਇਹੋ ਜਿਹੇ ਨਾਂ ਹੁੰਦੇ ਨੇ ਜਿਨ੍ਹਾਂ ਨਾਵਾਂ ਨੂੰ ਉਹ ਕਹਿੰਦੇ ਨੇ ਕਿ ਇਹ ਨਾਂ ਦੇਖੋ ਕਾਮਯਾਬ, ਅਸੀਂ ਉਸ ਲਾਈਨ ਚੱਲੇ ਹਾਂ। ਸੋ ਤੁਹਾਡਾ ਉਹਨਾਂ ਕੁੜੀਆਂ ਲਈ ਕੀ ਸੰਦੇਸ਼ ਹੈ ਜਿਹੜੀਆਂ ਕੁੜੀਆਂ ਘਰਾਂ ਤੋਂ ਇਸ ਕਰੀਏ? देखो जी, मैं शुरू तो पहला टिवाना साहब के नाल थिएटर किया है, फिर असी फिल्में बनाई, पर साडा एटमोसफीयर बड़ा अच्छा सी, नीट एंड क्लीन सी। उत्थे ऐ नहीं सी भी कुड़ियां गलत काम करदियां होण या मुंडे साडे जिवें राज बब्बर सी, ओमपुरी, गुरदास मान, सोही साहब, गिरजा शंकर, बड़ी सारे जने सीगे भी, बड़े बीबे सीगे, बड़े डिसिपलिन सीगे और करैक्टर वाइज भी सारे बहुत अच्छे सी भी, कोई ऐसी गल अणहोनी हुई सी। कुड़ियां लई मेरे संदेश है कि अपने मतलब जोड़ ते रहन, अपनी औकात नूं ना खोण, ठीक है ना, सिर्फ इस करके कि भी असी फिर कल नूं ਉਹਦਾ ਰਿਜ਼ਲਟ ਜਦੋਂ ਮਾੜਾ ਮਿਲਦਾ ਫਿਰ ਉਹਦੇ ਵਿੱਚ ਬਹੁਤ ਸਾਰੇ ਬੰਦੇ ਇਨਵੋਲਵ ਹੁੰਦੇ ਆ। ਸਾਨੂੰ ਪਤਾ ਹੁੰਦਾ ਵੀ ਸਾਡੇ ਨਾਲ ਕੌਣ ਗਲਤ ਕਰ ਰਿਹਾ, ਕੌਣ ਠੀਕ ਕਰ ਰਿਹਾ, ਹਰ ਕੁੜੀ ਨੂੰ ਪਤਾ ਹੁੰਦਾ, ਪਰ ਥੋੜ੍ਹਾ ਆਪਣਾ ਬਚਾ ਰੱਖਣ, ਆਪਣੇ ਸ਼ਖਸੀਅਤ ਨੂੰ ਬਚਾ ਕੇ ਰੱਖਣ। ਤਾਂ ਕੁੜੀਆਂ ਲਈ ਇਹੀ ਸੰਦੇਸ਼ ਹੈ ਵੀ ਹਰ ਗੱਲ ਪਿੱਛੇ ਰੱਬ ਨੇ ਰੋਜ਼ੀ ਰੋਟੀ ਸਭ ਨੂੰ ਦੇਣੀ ਹੈ। ਜੇ ਤੁਸੀਂ ਨਹੀਂ ਵੀ ਫਿਲਮਾਂ 'ਚ ਕੰਮ ਕਰੋਗੇ ਤਾਂ ਵੀ ਰੋਜ਼ੀ ਰੋਟੀ ਕੋਈ ਨਾ ਕੋਈ ਤੁਹਾਡਾ ਆਧਾਰ ਬਣ ਜਾਂਦਾ ਹੈ। ਵੀ ਫਿਲਮਾਂ 'ਚ ਕੰਮ ਕਰਨ ਵਾਸਤੇ, ਹੋਰ ਕੰਮ ਕਰਨ ਵਾਸਤੇ ਆਪਣੇ ਆਪ ਨੂੰ ਸਾਂਭ ਕੇ ਰੱਖੋ। ਬਿਲਕੁਲ ਜੀ, ਇਹ ਜ਼ਿੰਮੇਵਾਰੀ ਵਾਲਾ ਕੰਮ ਹੈ, ਕਿਉਂਕਿ ਜਿਹੜਾ ਥੀਏਟਰ ਹੈ ਉਹ ਤੁਹਾਨੂੰ ਜ਼ਿੰਮੇਵਾਰੀ ਸਿਖਾਉਂਦਾ, ਸਮਾਜ ਪ੍ਰਤੀ, ਰਿਸ਼ਤਿਆਂ ਪ੍ਰਤੀ ਜ਼ਿੰਮੇਵਾਰ ਕਰਦਾ। ਜਿਹੜਾ ਸਿਨੇਮਾ ਇਹ ਫਿਰ ਵੀ ਕਿਤੇ ਨਾ ਕਿਤੇ ਚੱਕਾ ਚਾਹੁੰਦੀ ਦੁਨੀਆ, ਇਹਦੇ ਵਿੱਚ ਆਉਣ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਇੱਕ ਵਾਰ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਹੋਏ, ਸੋ ਆਪਣੀਆਂ ਸਾਰੇ ਚੰਗੇ ਮਾੜੇ ਪੱਖ ਵਿਚਾਰਦੇ ਹੋਏ ਇਹਦੇ ਵਿੱਚ ਪ੍ਰਵੇਸ਼ ਕਰਨ ਲਈ ਮੈਡਮ ਹੋਣਾ ਦਾ ਇਹ ਸੰਦੇਸ਼ ਸੀ। ਸੋ ਮੈਂ ਅਗਲੀ ਗੱਲ ਤੁਹਾਡੇ ਨਾਲ ਇਹ ਕਰਨੀ ਚਾਹੁੰਦਾ ਕਿ ਜਿਵੇਂ ਆਪਣੀ ਸੰਸਥਾ ਨਜਿਫਟਾ, ਜਿਹਦੇ ਅਸੀਂ ਚੈਨਲ 'ਤੇ ਗੱਲ ਕਰਦੇ ਹਾਂ, ਸੋ ਨਜਿਫਟਾ ਸੰਸਥਾ ਨੇ ਜਦੋਂ ਇਹ ਕਿਸਾਨੀ ਸੜਕਾਂ 'ਤੇ ਆ ਗਈ, ਆਂਦਾ ਤਾਂ ਸਾਡਾ ਸੜਕਾਂ 'ਤੇ ਆਇਆ, ਤਾਂ ਨਜਿਫਟਾ ਨੇ ਖੁੱਲ੍ਹ ਕੇ ਮਦਦ ਕੀਤੀ। ਸਾਡੇ ਪ੍ਰਧਾਨ ਜੀ, ਯੋਗਰਾਜ ਭਾਜੀ, ਗੂਗਲ ਸਾਹਿਬ, ਸਰਦਾਰ ਸੋਹੀ, ਹੋਰ ਜਿੰਨੇ ਸਾਰੇ ਸੀਨੀਅਰ ਬੰਦੇ ਸੀ, ਜਸਵਿੰਦਰ ਭੱਲਾ ਜਾਂ BN ਸ਼ਰਮਾ ਜੀ, ਸਾਰੇ ਬੰਦੇ ਸੜਕਾਂ 'ਤੇ ਆ ਕੇ ਬੈਠੇ। ਰਣਜੀਤ ਬਾਵਾ ਹੋਰੀ, ਐਮੀ ਬਿਰਖ ਹੋਰੀ, ਸਾਰੇ ਆ ਕੇ ਸੜਕਾਂ 'ਤੇ ਕਿਸਾਨਾਂ ਦੇ ਨਾਲ ਬੈਠੇ। ਸੋ ਤੁਸੀਂ, ਕਿਉਂਕਿ ਨਜਿਫਟਾ ਨੇ ਆਪਣੀ ਮੀਟਿੰਗ ਦੇ ਵਿੱਚ ਖੁੱਲ੍ਹ ਕੇ ਕਿਹਾ ਕਿ ਸਾਨੂੰ ਕਿਸਾਨਾਂ ਦੀ ਸਾਡੇ ਆਂਦਾ 'ਤੇ ਸਪੋਰਟ ਕਰਨੀ ਚਾਹੀਦੀ ਹੈ। ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਸਾਨੂੰ ਸਪੋਰਟ ਕੀ, ਅਸੀਂ ਆਪ ਹੀ ਕਿਸਾਨ ਹਾਂ। ਮੈਂ ਜੇ ਮੇਰੇ ਪਿੰਡ 'ਚ ਖੇਤੀ ਨਾ ਹੁੰਦੀ ਤਾਂ ਅਸੀਂ ਭੁੱਖੇ ਮਰ ਜਾਂਦੇ। ਐਟਲੀਸਟ ਮਲਕੀਤ ਜੀ, ਅਸੀਂ ਦਾਲ ਰੋਟੀ ਖਾਣ ਜੋਗੇ ਤਾਂ ਹੈਗੇ ਆ ਨਾ, ਵੀ ਸਾਡੀ ਕਣਕ ਹੁੰਦੀ ਹੈ, ਝੋਨਾ ਹੁੰਦਾ, ਸਬਜ਼ੀਆਂ ਬਣਾਉਂਦੇ ਆ, ਉਹ ਕਰਦੇ ਆ। ਜੇ ਖੇਤੀ ਨਹੀਂ ਹੋਊਗੀ ਤਾਂ ਮੁਲਕ ਦਾ ਕੀ ਹਾਲ ਹੋਊਗਾ? ਔਰ ਇਸ ਕਰਕੇ ਕਿ ਮੈਂ ਤਾਂ ਦਾਅਵੇ ਨਾਲ ਕਹਿੰਦੀ ਹਾਂ, ਕਿਸੇ ਨੇ ਕੱਲ੍ਹ ਕਿਹਾ ਵੀ ਆਰਟਿਸਟ ਹੈਗੇ ਆ, ਹੁਣ ਤੁਸੀਂ ਆਰਟਿਸਟ ਹੋ, ਕਲਾਕਾਰ ਹੋ, ਤੁਹਾਨੂੰ ਪੋਲੀਟੀਸ਼ੀਅਨ ਦਾ, ਇਹਨਾਂ ਨੂੰ ਇਹ ਨਹੀਂ ਪਤਾ ਅਸੀਂ ਪੋਲੀਟੀਸ਼ੀਅਨ ਨਹੀਂ ਹਾਂ, ਅਸੀਂ ਕਲਾਕਾਰ ਹਾਂ। ਸਾਨੂੰ ਪਤਾ ਹੈ ਵੀ ਭੁੱਖਮਰੀ ਕੀ ਹੁੰਦੀ ਹੈ, ਕਿਵੇਂ ਖੇਤਾਂ 'ਚ ਲੋਕ ਕੰਮ ਕਰਦੇ ਨੇ, ਕਿਵੇਂ ਦਿਨ ਰਾਤ ਮਿਹਨਤ ਕਰਦੇ ਨੇ, ਸਨ ਆਪ ਦੇ ਟੱਬਰ ਨੂੰ ਪਾਲਦੇ ਨੇ, ਅਤੇ ਲੋਕਾਂ ਦਾ ਹਜ਼ਾਰਾਂ ਟੱਬਰਾਂ ਨੂੰ ਪਾਲਦੇ ਨੇ। ਜੇ ਇਹੀ ਖਤਮ ਹੋ ਗਿਆ ਧਰਤੀ ਤੋਂ, ਅਨਾਜ ਹੀ ਖਤਮ ਹੋ ਗਿਆ, ਤਾਂ ਕੰਧਾਂ ਨਾਲ ਗੱਲਾਂ ਕਰਨਗੇ ਲੋਕ, ਪੱਥਰ ਖਾਣਗੇ, ਕੀ ਖਾਣਗੇ? ਇਹਨਾਂ ਨੂੰ ਮਤਲਬ ਜਿਸ ਨੇ ਵੀ ਇਹ ਕੀਤਾ ਬਹੁਤ ਸ਼ਰਮਨਾਕ ਗੱਲ ਹੈ। ਔਰ ਕਿਸਾਨਾਂ ਦੇ ਨਾਲ ਅਸੀਂ ਆਪ ਕਿਸਾਨ, ਕਿਸੇ ਨਾਲ ਖੜੇ ਹੋਣ ਦੀ ਕੀ ਗੱਲ ਹੈ? ਅਸੀਂ ਆਪ ਹੀ ਖੜੇ ਹਾਂ।
ਵੈਰੀ ਸੈਡ ਗੱਲ ਹੈ ਕਿ ਤੁਸੀਂ ਰੋਜ਼ੀ ਰੋਟੀ ਤੋਂ ਵੀ ਆਰ ਕਰਦੇ ਹੋ। ਕਰੋਨਾ ਨਾਲ ਕਿਹੜੇ ਬੰਦੇ ਮਰੇ ਆ ਜਿਹੜੇ ਆ ਭੁੱਖਮਰੀ ਨਾਲ ਮਰਨਗੇ? ਤੁਸੀਂ ਉਹੀ ਮੁਲਕ ਨੂੰ ਬੰਬ ਸਿੱਟ ਕੇ ਮਾਰਦੇ ਹੋ। ਇੰਨਾ ਜ਼ੁਲਮ ਕਿਉਂ ਕਰਦੇ ਹੋ ਤੁਸੀਂ ਕਿਸਾਨਾਂ ਨਾਲ? ਕਿਸੇ ਨਾਲ ਵੀ ਕਿਸੇ ਵੀ ਹਰ ਚੀਜ਼ ਨੂੰ ਤੁਸੀਂ ਲਾਗੂ ਕਰਨ ਵੇਲੇ ਇਹ ਨਹੀਂ ਸੋਚਦੇ ਕਿ ਇਹਦੇ 'ਚ ਕਿਹਦਾ ਭਲਾ ਕਿਹਦਾ। ਹੁਣ ਅਮੀਰ ਹੀ ਬਣਾਈ ਜਾਓਗੇ। ਅਮੀਰ ਕੀ ਕੰਧਾਂ ਪੱਥਰ ਖਾਣਗੇ? ਦਾਲ ਰੋਟੀ ਤਾਂ ਉਹ ਵੀ ਖਾਂਦੇ ਹੋਣਗੇ ਤੇ ਉਹਨਾਂ ਨੂੰ ਪਤਾ ਨਹੀਂ ਵੀ ਕਿਸਾਨਾਂ ਦਾ ਕੀ ਕੰਮ ਹੈ। ਅਸੀਂ ਜ਼ਮੀਨ ਤੋਂ ਅੰਨ ਉਪਜਾਉਂਦੇ ਹਾਂ। ਜਿਹੜਾ ਅੰਨਦਾਤਾ ਹੈ ਤੁਹਾਨੂੰ ਰੋਟੀ ਦਿੰਦਾ ਹੈ। ਅਸੀਂ ਕਿਸੇ ਚੀਜ਼ ਬਿਨਾਂ, ਅਸੀਂ ਘਰ ਪੱਖੇ ਬਿਨਾਂ ਰਹਿ ਸਕਦੇ, ਹਰ ਚੀਜ਼, ਪਰ ਦਾਲ ਰੋਟੀ ਬਿਨਾਂ ਨਹੀਂ ਰਹਿ ਸਕਦੇ। ਜਦੋਂ ਇੰਨੀ ਨਹੀਂ ਸਮਝ ਸਾਡੇ ਮੁਲਕ ਨੂੰ, ਤਾਂ ਫਿਰ ਕਾਹਦਾ ਮੁਲਕ ਹੈ ਜੀ? ਕਰਕ ਮੁਲਕ ਹੈ। ਮੈਂ ਤਾਂ ਸਰੇਆਮ ਕਹਿੰਦੀ ਹਾਂ ਵੀ ਤੁਹਾਨੂੰ ਇੰਨੀ ਪੜ੍ਹ ਲਿਖ ਕੇ ਸਾਰਾ ਸੰਤਾਂ ਨਾਲ ਰਹਿ ਕੇ ਤੁਹਾਨੂੰ ਵਿਵੇਕ ਬੁੱਧੀ ਇੰਨੀ ਨਹੀਂ ਆਈ ਵੀ ਅਸੀਂ ਕਿਹਦੇ ਸਿਰ 'ਤੇ ਪਲਦੇ ਹਾਂ? ਸਾਨੂੰ ਕੌਣ ਪਾਲਦਾ ਹੈ? ਕਿਸਾਨ ਕੋਈ ਆਸਾਨ ਨਹੀਂ ਕਰਦਾ, ਉਹ ਤਾਂ ਪਿਆਰ ਨਾਲ ਕੰਮ ਕਰਦਾ ਹੈ। 24 ਘੰਟੇ ਖੇਤੀ 'ਚ ਵੜਿਆ ਰਹਿੰਦਾ, 24 ਘੰਟੇ ਉਹਨੂੰ ਇਹ ਲੱਗਿਆ ਰਹਿੰਦਾ ਕਿ ਮੇਰੇ ਮੁਲਕ ਦਾ ਭਾਈ ਉਹਨੇ ਵੀ ਰੋਟੀ ਖਾਣੀ, ਉਹਨੇ ਵੀ ਰੋਟੀ ਖਾਣੀ, ਉਹਨੇ ਵੀ ਰੋਟੀ ਖਾਣੀ ਹੈ, ਵੀ ਸਾਰਿਆਂ ਦਾ ਸਰੇ, ਮੇਰਾ ਇਕੱਲੇ ਦਾ ਨਾ ਸਰੇ, ਸਾਰੀ ਦੁਨੀਆ ਦਾ ਸਰੇ। ਬਿਲਕੁਲ, ਕਿਉਂਕਿ ਕਿਸਾਨ ਇੱਕ ਸਾਡੇ ਸਮਾਜ ਦਾ ਉਹ ਅੰਗ ਹੈ, ਅਸੀਂ ਸਮਝਦੇ ਹਾਂ, ਜਿਹੜੇ ਬਹੁਤ ਪੇਸ਼ੈਂਸ ਦੇ ਨਾਲ ਪਹਿਲਾਂ ਉਹ ਅਨਾਜ ਬੀਜਦਾ ਹੈ, ਫਿਰ ਦਾਣਾ ਪੁੰਗਰਦਾ ਹੈ, ਬਾਹਰ ਨਿਕਲਦਾ, ਉਹਨੂੰ ਜਿਵੇਂ ਬੱਚੇ ਵੱਡੇ ਹੁੰਦੇ ਨੇ, ਫਸਲ ਉਵੇਂ ਵੱਡੀ ਹੁੰਦੀ ਹੈ, ਵੱਡੇ ਹੁੰਦੇ ਦੇਖ ਕੇ ਖੁਸ਼ ਹੁੰਦਾ ਹੈ, ਉਹਦੀ ਪਰਵਰਿਸ਼ ਦੇ ਲਈ ਕੰਮ ਕਾਰ ਕਰਦਾ ਹੈ, ਚਾਹੇ ਉਹਦੀ ਗੋਡੀ ਕਰਦਾ, ਚਾਹੇ ਸਪਰੇਅ ਰਿਪਰੇ ਪਾਉਣੀ ਹੈ। ਸੋ ਇੱਕ ਪੇਸ਼ੈਂਸ ਵਾਲਾ ਕੰਮ ਹੈ। ਦੁਨੀਆ ਦਾ ਇੱਕੋ ਇੱਕ ਕਿੱਤਾ ਹੈ ਜਿਹੜਾ ਖੁੱਲ੍ਹੇ ਅਸਮਾਨ ਥੱਲੇ ਹੋ ਰਿਹਾ ਹੈ। ਸੋ ਇਹਨਾਂ ਕਿੱਤਿਆਂ ਨੂੰ ਜਿਹੜੀ ਉਜਾੜਨ ਦੀ ਗੱਲ ਹੋ ਰਹੀ ਹੈ, ਉਹਦੇ 'ਚ ਜਿਹੜੀ ਸਾਡੀ ਸੰਸਥਾ ਹੈ, ਸਾਡੇ ਸਰਪ੍ਰਸਤ ਨੇ, ਉਹ ਵੀ ਖੁੱਲ੍ਹ ਕੇ ਇਸ ਗੱਲ ਦਾ ਵਿਰੋਧ ਕਰਦੇ ਨੇ ਕਿ ਨਹੀਂ ਹੋਣਾ ਚਾਹੀਦਾ। ਸਗੋਂ ਸਾਰਿਆਂ ਨੂੰ ਜਿਹੜੀ ਬਾਬੇ ਨਾਨਕ ਦੇ ਕਨਸੈਪਟ ਹੈਗੇ, 10 ਨਹੁੰਆਂ ਦੀ ਕਿਰਤ ਕਮਾਈ ਕਰਕੇ ਖਾਣ ਦਾ ਕਨਸੈਪਟ ਹੋਣਾ ਚਾਹੀਦਾ। ਸੋ ਇੱਕ ਮੈਂ ਤੁਹਾਡੇ ਨਾਲ ਇਹ ਗੱਲ ਕਰਨਾ ਚਾਹੁੰਦਾ ਕਿ ਜਿਵੇਂ ਹੁਣ ਆਪਣੀ ਸੰਸਥਾ ਨਜਿਫਟਾ, ਜਿਹਦੇ ਅਸੀਂ ਚੈਨਲ ਰਾਹੀਂ ਗੱਲ ਕਰਦੇ ਹਾਂ, ਸੋ ਜਿਹੜੇ ਬਹੁਤ ਸਾਰੇ ਹਾਲੇ ਲੋਕ ਸਾਡੇ ਕੋਲ, ਲਗਭਗ ਹੁਣ ਮੇਰੇ ਖਿਆਲ 225 ਲੋਕ ਸਾਡੇ ਮੈਂਬਰ ਨੇ, ਜਿਹਦੇ ਵਿੱਚ ਮੁੰਡੇ ਕੁੜੀਆਂ, ਹੀਰੋ ਹੀਰੋਇਨ, ਸਾਰੇ ਸਾਡੇ ਕਰੈਕਟਰ ਆਰਟਿਸਟ ਨੇ, ਇਹਦੇ ਮੈਂਬਰ ਨੇ। ਸੋ ਤੁਹਾਡਾ ਜਿਹੜੇ ਲੋਕ ਹਾਲੇ ਤਾਂ ਹੀ ਨਵੇਂ ਸਲੈਨ ਚਾਹੁੰਦੇ ਨੇ, ਤੁਹਾਡਾ ਉਹਨਾਂ ਨੂੰ ਕੀ ਸੰਦੇਸ਼ ਹੈ ਕਿ ਤੁਸੀਂ ਮੈਂਬਰ ਬਣਨਾ ਚਾਹੀਦਾ, ਜੁੜਨਾ ਚਾਹੀਦਾ? ਮੈਂਬਰ ਜੁੜਨਾ ਚਾਹੀਦਾ ਜੀ, ਮੈਂਬਰ ਬਣਨਾ ਚਾਹੀਦਾ। ਕੱਲ੍ਹ ਨੂੰ ਕੋਈ ਵੀ ਪ੍ਰੋਬਲਮ ਕਿਸੇ ਵੀ ਆਰਟਿਸਟ ਦੀ ਆਉਂਦੀ ਹੈ, ਉਹਨੂੰ ਸਮਾਜਿਕ ਤੌਰ 'ਤੇ ਮੋਨੀਟਰੀ ਹਿਸਾਬ ਨਾਲ ਉਸ ਐਸੋਸੀਏਸ਼ਨ ਮਦਦ ਕਰ ਸਕਦੀ ਹੈ। ਹਰ ਬੰਦਾ ਤਾਂ ਪੈਸੇ ਲੈ ਕੇ ਇੰਨੇ ਬੈਠਾ ਨਹੀਂ ਨਾ। ਕਿਸੇ ਨੂੰ ਕੋਈ ਵੀ ਕੱਲ੍ਹ ਨੂੰ ਕੋਈ ਵੀ ਉਹਦੇ 'ਤੇ ਆਫਤ ਆ ਸਕਦੀ ਹੈ, ਕੋਈ ਮੁਸੀਬਤ ਬਿਮਾਰੀ ਆ ਸਕਦੀ ਹੈ। ਸਾਡੀ ਐਸੋਸੀਏਸ਼ਨ ਦਾ ਇਹ ਹੈ ਵੀ ਅਸੀਂ ਸਾਰੇ ਇਕੱਠੇ ਰਲ ਮਿਲ ਕੇ ਉਹਨਾਂ ਦਾ ਇਲਾਜ ਕਰਾ ਸਕੀਏ, ਉਹਨਾਂ ਦਾ ਦਾਣਾ ਪਾਣੀ ਦੇ ਸਕੀਏ, ਉਹਨਾਂ ਦੀ ਹੈਲਪ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਫੈਮਿਲੀ ਦੀ ਕਰ ਸਕੀਏ, ਉਹਨਾਂ ਦੀ ਕਰ ਸਕੀਏ। ਅਤੇ ਐਸੋਸੀਏਸ਼ਨ 'ਚ ਜੁੜਨ ਦਾ ਬਹੁਤ ਵੱਡਾ ਫਾਇਦਾ। ਔਰ ਮੈਂ ਤਾਂ ਕਹਿੰਦੀ ਹਾਂ ਐਸੋਸੀਏਸ਼ਨ 'ਚ ਸਾਰੇ ਲੋਕਾਂ ਨੂੰ ਆਉਣਾ ਚਾਹੀਦਾ ਹੈ। ਬਹੁਤ ਸਾਰੇ ਆਰਟਿਸਟ ਆ ਜਿਹੜੇ ਮੈਨੂੰ ਵੀ ਕਹਿੰਦੇ ਕਿ ਮੈਡਮ ਅਸੀਂ ਮੈਂਬਰ ਬਣਨਾ। ਮੈਂ ਕਿਹਾ ਭਾਈ ਤੁਸੀਂ ਬਣੋ। ਔਰ ਕਿੰਨੇ ਸਾਰੇ ਸਟੂਡੈਂਟ ਹੈਗੇ ਮੇਰੇ, ਸਾਰਿਆਂ ਨੂੰ ਮੈਂ ਤੁਹਾਡੇ ਮੈਂਬਰ ਬਣਾਉਣਾ ਆਪਣੀ ਐਸੋਸੀਏਸ਼ਨ ਦੇ, ਤਾਂ ਕਿ ਇੱਕ ਬਹੁਤ ਵੱਡਾ ਮਤਲਬ 500,000 ਬੰਦਾ ਹੋ ਜੇ ਅਤੇ ਉਹਦੇ ਨਾਲ ਸਾਨੂੰ ਸਾਰਿਆਂ ਨੂੰ ਬਹੁਤ ਵੱਡੀ ਮਦਦ ਮਿਲੇ। ਪੰਜਾਬੀ ਸਿਨੇਮਾ ਹੁਣ ਪੂਰੇ ਵਰਲਡ ਦੇ ਵਿੱਚ ਸਾਡੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ ਬਾਹਰਲੇ ਮੁਲਕਾਂ 'ਚ ਵੀ। ਜਿਹੜੇ ਬੱਚੇ ਮਤਲਬ ਪੰਜਾਬੀਆਂ ਦੇ ਬੱਚੇ ਨੇ, ਉੱਧਰ ਜੰਮੇ ਪਲੇ ਨੇ, ਉੱਧਰ ਪੜ੍ਹੇ ਨੇ, ਜਦੋਂ ਅਸੀਂ ਬਾਹਰਲੇ ਮੁਲਕਾਂ ਵਿੱਚ, ਤੁਸੀਂ ਵੀ ਸ਼ੂਟਿੰਗਾਂ ਕਰਨ ਜਾਂਦੇ ਹੋ, ਬਹੁਤ ਸਾਰੇ ਬਜ਼ੁਰਗ ਸਾਨੂੰ ਇਹ ਗੱਲ ਕਹਿੰਦੇ ਨੇ ਕਿ ਤੁਹਾਡੀਆਂ ਫਿਲਮਾਂ ਨੇ ਸਾਡੇ ਬੱਚੇ ਪੰਜਾਬੀ ਬੋਲਣ ਲਾਤੇ, ਤੁਹਾਡੀਆਂ ਫਿਲਮਾਂ ਨੇ ਸਾਡੇ ਬੱਚੇ ਦਾਦੇ ਦਾਦੀ ਕੋਲ ਬਹਿ ਕੇ ਬਾਤਾਂ ਸੁਣ ਲਾਤੇ, ਗੱਲਾਂ ਸੁਣ ਲਾਤੇ। ਸੋ ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਸੁਣਦੇ ਹੋ, ਤੁਹਾਨੂੰ ਕਿੰਨਾ ਪ੍ਰਾਊਡ ਫੀਲ ਹੁੰਦਾ? ਬਹੁਤ। ਸਾਨੂੰ ਕੱਲ੍ਹ ਮੈਂ ਕਿਸੇ ਦਾ ਲੈਕਚਰ ਸੁਣ ਰਹੀ ਸੀ, ਕਲਾਕਾਰ ਕਿਆ ਹੈ, ਹੀਰੋ ਕਿਆ ਹੈ, ਹੀਰੋਇਨ ਕਿਆ ਹੈ। ਕਿਉਂ ਬਈ ਐਂਟਰਟੇਨਮੈਂਟ ਨਹੀਂ ਸਾਡੀ ਇੰਡਸਟਰੀ ਨੂੰ, ਸਾਡੇ ਬੰਦਿਆਂ ਨੂੰ ਚਾਹੀਦਾ। ਅਸੀਂ ਫਿਰ ਸਿਨੇਮੇ ਅੱਜ ਬੰਦ ਕਰ ਦਿੰਦੇ ਹਾਂ। ਕੋਈ ਬੋਲ ਰਿਹਾ ਸੀ YouTube 'ਤੇ, ਮੈਂ ਸੁਣਿਆ, ਮੇਰਾ ਜੀ ਕਰਦਾ ਸੀਗਾ, ਕਹਿੰਦਾ ਇਹ ਕਿਉਂ ਹੀਰੇ ਹੈ, ਭਗਤ ਸਿੰਘ ਹੀਰੋ। ਭਗਤ ਸਿੰਘ ਤਾਂ ਹੀਰੋ ਹੈ ਹੀ ਹੈ, ਉਹਨੂੰ ਕੌਣ ਨਕਾਰਦਾ? ਤੁਸੀਂ ਜਿਹੜੇ ਫਿਲਮ ਬਣਾਉਂਦੇ ਨੇ ਜਾਂ ਹੀਰੋ ਹੀਰੋਇਨ ਨੇ, ਆਰਟਿਸਟ ਨੇ, ਇਹਦਾ ਮਤਲਬ ਇਹ ਥੋੜ੍ਹੀ ਹੈ ਵੀ ਉਹ ਤਾਂ ਕੰਮ ਨਾ ਕਰਨ, ਹੈ ਨਾ। ਹੁਣ ਇਸੇ ਨੇ ਸਾਡੀ ਕਲਚਰ ਨੂੰ ਜਿਉਂਦਾ ਰੱਖਿਆ। ਬਾਹਰਲੇ ਮੁਲਕਾਂ 'ਚ ਨਿੱਕੇ ਨਿੱਕੇ ਨਿਆਣੇ ਪੰਜਾਬੀ ਬੋਲਦੇ ਨੇ, ਸਾਡੇ ਸਾਰਿਆਂ ਦੇ ਡਾਇਲੌਗ ਬੋਲਦੇ ਨੇ। ਇਸ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਹੈ? ਜੇ ਸਿਨੇਮਾ ਨਹੀਂ ਹੋਊਗਾ ਤਾਂ ਕਿਵੇਂ ਤੁਸੀਂ ਗੱਲ ਪਹੁੰਚਾਓਗੇ? TV ਨਹੀਂ ਹੋਊਗਾ ਤਾਂ ਤੁਸੀਂ ਕਿਵੇਂ ਗੱਲ ਬੱਚਿਆਂ ਤੱਕ ਪਹੁੰਚਾਓਗੇ? ਫਿਰ ਤਾਂ ਤੁਸੀਂ ਖੋਤਾ ਸਾਰਾ ਕੁਝ, ਆਪਦਾ ਵਿਰਸਾ ਖੋਤਾ ਅਤੇ ਗਾਂਹ ਤੁਰ ਜਾਓ। ਤੈਨੂੰ ਪਤਾ ਹੀ ਨਹੀਂ ਗੱਲ ਕੀ ਹੈ। ਨਾ ਕੋਈ ਰਿਸ਼ਤੇਦਾਰਾਂ ਦੀ, ਨਾ ਕੋਈ ਰਿਲੇਸ਼ਨ ਦੀ, ਨਾ ਕੋਈ ਭੈਣ ਦੀ, ਨਾ ਭਰਾ ਦੀ, ਨਾ ਤਾਏ ਚਾਚੇ ਦੀ, ਨਾ ਇਹ ਪਤਾ ਵੀ ਸਾਡੇ ਮੁਲਕ 'ਚ ਹੁੰਦਾ ਕੀ ਸੀ। ਅਸੀਂ ਇਤਿਹਾਸ ਨੂੰ ਸਾਂਭ ਕੇ ਗੱਲਾਂ ਬਾਤਾਂ ਕਰਦੇ ਹਾਂ, ਅਤੇ ਫਿਰ ਇਤਿਹਾਸ ਐਵੇਂ ਜਿਕਰ ਸਾਂਭਿਆ ਜਾਊਗਾ। ਹੋਰ ਤਾਂ ਕੋਈ ਤਰੀਕਾ ਨਹੀਂ। ਕਿਤਾਬਾਂ ਕੌਣ ਪੜ੍ਹਦਾ? ਅੱਜ ਕੱਲ੍ਹ ਸਾਰੇ ਮੋਬਾਈਲ ਲੈ ਕੇ ਬੈਠੇ ਹੁੰਦੇ ਆ। ਜਿਨ੍ਹਾਂ ਨੂੰ ਇਹ ਸਿਨੇਮੇ 'ਚ ਜਾਂਦੇ ਆ ਲੋਕ, TV ਦੇਖਦੇ ਆ, ਜਿੱਥੋਂ ਉਹਨਾਂ ਨੂੰ ਪਤਾ ਲੱਗਦਾ ਵੀ ਹਾਂ ਸਾਡਾ ਵਿਰਸਾ ਇਹ ਸੀ। ਅਸੀਂ ਐਵੇਂ ਰੋਈ ਜਾਂਦੇ ਹਾਂ ਵੀ ਸਾਡਾ ਵਿਰਸਾ ਤਾਂ ਅਸੀਂ ਸਾਹਮਣੇ ਲਿਆ ਰਹੇ ਹਾਂ। ਸਿਨੇਮੇ ਵਾਲੇ ਸਾਰਾ ਕੁਛ ਹੀ ਸਾਹਮਣੇ ਲਿਆਤਾ। ਹੁਣ ਦੇਖੋ ਨਿੱਕੇ ਨਿੱਕੇ ਨਿਆਣੇ ਜਾਣਦੇ ਨੇ। ਸਾਡੇ ਵਰਗੀ ਉਮਰ 'ਚ ਕੀ ਨਹੀਂ ਜਾਣਨਾ ਸੀਗਾ? ਨਿੱਕੇ ਨਿੱਕੇ ਨਿਆਣੇ ਸਾਨੂੰ ਜਾਣਦੇ, ਸਾਨੂੰ ਕਿੰਨੀ ਖੁਸ਼ੀ ਹੈ। ਨਹੀਂ ਜਿਹੜੇ ਇਸ ਤੋਂ ਵੱਡੇ ਸੀਗੇ ਉਹਨਾਂ ਨੂੰ ਕੌਣ ਜਾਣਦਾ? ਕੋਈ ਨਹੀਂ ਜਾਣਦਾ।
ਸੋ ਸਿਨੇਮਾ ਇੱਕ ਵੱਡੀ ਤਾਕਤ ਹੈ। ਦੇਖੋ ਅੱਜ ਸਾਡੇ ਬੱਚਿਆਂ ਦੇ ਕੋਲ ਬੇਸ਼ੱਕ ਕਿਤਾਬਾਂ ਹੈਗੀਆਂ, ਹਾਂ। ਸਾਡੇ ਜਿਹੜੇ ਵਿਦਵਾਨ ਬੰਦੇ ਸੀ, ਸਾਡੇ ਜਿਹੜੇ ਭਗਤ ਸੀ, ਫਕੀਰ ਲੋਕ ਸੀ, ਉਹਨਾਂ ਨੇ ਜਿਹੜਾ ਕੁਝ ਕਿਤਾਬਾਂ ਦੇ ਵਿੱਚ ਲਿਖਿਆ ਉਹ ਕਿਤਾਬਾਂ ਦੀਆਂ ਲਾਇਬ੍ਰੇਰੀਆਂ 'ਚ ਬੰਦ ਹੋ ਕੇ ਰਹਿ ਗਿਆ। ਅੱਜ ਸਾਡੇ ਬੱਚਿਆਂ ਕੋਲ ਇੰਨਾ ਟਾਈਮ ਨਹੀਂ ਕਿ ਉਹ ਕਿਤਾਬਾਂ ਪੜ੍ਹ ਸਕਣ, ਪਰ ਮੈਨੂੰ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਕਿਤਾਬਾਂ ਨੂੰ ਜੇ ਕੋਈ ਅਗਲੀ ਜਨਰੇਸ਼ਨ ਤੱਕ ਕੈਰੀ ਕਰ ਸਕਦਾ, ਲਿਜਾ ਸਕਦਾ ਹੈ, ਤਾਂ ਉਹ ਸਿਨੇਮਾ ਤੇ ਟੈਲੀਵਿਜ਼ਨ ਹੈ। ਬਿਲਕੁਲ। ਸੋ ਤੁਹਾਡਾ ਕੀ ਖਿਆਲ ਹੈ ਕਿ ਸਿਨੇਮੇ ਨੂੰ ਉਹਨਾਂ ਕਿਤਾਬਾਂ, ਉਹਨਾਂ ਹਿਸਟਰੀਆਂ ਵਿੱਚੋਂ ਕੱਢ ਕੇ ਕੁਝ ਨਾ ਕੁਝ ਪੇਸ਼ ਕਰਨਾ ਚਾਹੀਦਾ? ਪੇਸ਼ ਕਰਨਾ ਚਾਹੀਦਾ। ਸਾਡੇ ਪੰਜਾਬ ਦੇ ਕੀ, ਸਾਰੇ ਹਿੰਦੁਸਤਾਨ ਦੇ ਘਰ ਦੇ ਬੜੇ ਮਸਲੇ ਹੈ, ਸਮਾਜ ਦੇ ਬੜੇ ਮਸਲੇ ਹੈ, ਆਪਣੇ ਰਾਜਨੀਤਿਕ ਦੇ ਬੜੇ ਮਸਲੇ ਹੈ। ਇਹਨਾਂ ਮਸਲਿਆਂ ਨੂੰ ਸਾਹਮਣੇ ਬਸ਼ਰਤੇ ਕਿ ਤੁਸੀਂ ਸਾਰੇ ਸਾਧਾ ਸੰਤਾਂ ਨੂੰ ਸੁਣ ਜਾਂਦੇ, ਬਸ਼ਰਤੇ ਕਿ ਤੁਸੀਂ ਉਸਦਾ ਅਸਰ ਲਵੋ। ਗੱਲ ਇਹ ਹੈ ਮਲਕੀਤ ਜੀ, ਬੱਚਿਆਂ ਨੇ ਨਾ ਚੰਗੀਆਂ ਚੀਜ਼ਾਂ ਦਾ ਅਸਰ ਲੈਣਾ ਹੀ ਬੰਦ ਕਰਤਾ, ਔਰ ਇਸ ਗੱਲ ਦਾ ਮੈਨੂੰ ਬਹੁਤ ਦੁੱਖ ਹੈ। ਜਿੰਨਾ ਤੁਸੀਂ ਸੋਚ ਸਕਦੇ, ਮੈਂ ਉਹਨਾਂ ਦੁੱਖ ਹੈ ਨਾ ਕੋਈ ਮੁਲਕ ਦਾ। ਅਸੀਂ ਸਾਰਾ ਦਿਨ 24 ਘੰਟੇ ਪਤਾ ਨਹੀਂ ਸਾਡਾ ਕਰੈਕਟਰ, ਅਸੀਂ ਨਿੰਦਣ ਤੇ ਹੀ ਲੱਗੇ ਰਹਿੰਦੇ ਹਾਂ ਸਾਰੇ ਵਰਗੇ। ਨਾ ਕੋਈ ਗੁਰਬਾਣੀ ਨੂੰ ਜਾਣਦਾ, ਨਾ ਕੋਈ ਗੀਤਾ ਨੂੰ ਜਾਣਦਾ, ਨਾ ਕੋਈ ਰਮਾਇਣ ਨੂੰ ਜਾਣਦਾ, ਨਾ ਕੋਈ ਆਪਣੇ ਕੁਰਾਨ ਸ਼ਰੀਫ ਨੂੰ ਜਾਣਦਾ, ਨਾ ਕੋਈ ਬਾਈਬਲ ਨੂੰ ਜਾਣਦਾ। ਬਸ ਪੜ੍ਹ ਕੇ ਆ ਜਾਂਦੇ ਹਾਂ, ਦੇਖ ਕੇ ਆ ਜਾਂਦੇ ਹਾਂ, ਸੁਣ ਕੇ ਆ ਜਾਂਦੇ ਹਾਂ, ਸੋਹਣੇ ਸੋਹਣੇ ਕੱਪੜਿਆਂ 'ਚ ਲਿਪਟੇ ਚੀਜ਼ਾਂ ਦੇਖ ਕੇ ਆ ਜਾਂਦੇ ਹਾਂ। ਸੁਣਦਾ ਕੋਈ ਨਹੀਂ, ਸਮਝਦਾ ਕੋਈ ਨਹੀਂ। ਜੇ ਅਮਲ ਨਹੀਂ ਕਰਦਾ, ਫਿਰ ਹੁਣ ਸਾਡੇ ਸਿਨੇਮੇ 'ਤੇ ਮੈਂ ਕਹਿੰਦੀ ਹਾਂ ਚਲੋ ਤੁਸੀਂ ਹੋਰ ਨਹੀਂ, ਕਿਸੇ ਸਿਨੇਮੇ ਦੀ ਕੋਈ ਚੰਗੀ ਗੱਲ ਹੈ ਉਸ 'ਤੇ ਅਮਲ ਕਰ ਲਓ। ਜੀ ਕਿਤਾਬਾਂ ਪੜ੍ਹ ਕੇ ਤੁਸੀਂ ਇੰਨੇ ਭਾਈ ਬੈਠੇ ਹੁੰਦੇ ਆ, ਸਾਧ ਸੰਤਾਂ ਕੋਲੇ ਲੋਕ, ਘਰੇ ਆ ਕੇ ਉਹੀ ਸਿਆਪਾ ਹੁੰਦਾ, ਵੀ ਕੀ ਫਾਇਦਾ ਉਹਦਾ? ਬਈ ਅਸਰ ਲੈਣਾ ਸ਼ੁਰੂ ਕਰ ਦਿਓ। ਅਸਰ ਨਹੀਂ ਲੈਂਦੇ ਪ੍ਰੈਕਟੀਕਲ, ਮਤਲਬ ਨਾ ਗੱਲਾਂ ਦਾ ਕੋਈ ਅਸਰ ਹੀ ਨਹੀਂ ਲੈਂਦੇ, ਕਿੰਨਾ ਮਰਜ਼ੀ ਸਮਝਾ ਲਓ ਕਿਸੇ ਨੂੰ। ਇਹ ਸਾਡੇ ਸਮਾਜ ਦੀ ਇੱਕ ਬੜੀ ਤਰਾਸਦੀ ਹੈ ਕਿ ਅਸੀਂ ਗੱਲਾਂ ਬਹੁਤ ਕਰਦੇ ਹਾਂ, ਅਸੀਂ ਕਹਿਣ ਨੂੰ ਬਹੁਤ ਸਾਰੇ ਗ੍ਰੰਥਾਂ ਦੇ ਉਪਾਸ਼ਕ ਹਾਂ, ਬਹੁਤ ਸਾਰੇ ਅਸੀਂ ਧਾਰਮਿਕ ਸਥਾਨਾਂ 'ਤੇ ਜਾਂਦੇ ਹਾਂ, ਪਰ ਸਾਡੇ ਕੋਲ ਅਮਲ ਨਹੀਂ। ਜਿਹੜਾ ਸਾਨੂੰ ਅਮਲ ਜ਼ਿੰਦਗੀ 'ਚ ਲਿਆਉਣਾ ਚਾਹੀਦਾ, ਉਹ ਅਮਲ ਕਿਤੇ ਨਾ ਕਿਤੇ ਗਾਇਬ ਹੋ ਗਿਆ। ਸੋ ਅਗਲੀ ਗੱਲ ਮੈਂ ਇਹ ਬਸ ਇੱਕ ਤੁਹਾਨੂੰ ਲਾਸਟ ਕੁਐਸਚਨ ਜਿਹੜਾ ਪੁੱਛਣਾ ਉਹ ਇਹ ਸੀ ਕਿ ਸਿਨੇਮਾ ਜਿਵੇਂ ਜਿਵੇਂ ਗਰੋ ਕਰਦਾ ਜਾਂਦਾ ਹੈ, ਸਿਨੇਮਾ ਜਿਵੇਂ ਜਿਵੇਂ ਵੱਧਦਾ ਜਾਂਦਾ, ਆਪਣੀ ਗੱਲ ਕਹਿੰਦਾ ਜਾਂਦਾ ਹੈ, ਸੋ ਸਾਰੇ ਲੋਕ ਬਿਜ਼ੀ ਨੇ। ਇਹਨਾਂ ਅੱਜ ਕੱਲ੍ਹ ਦੇ ਦਿਨਾਂ ਵਿੱਚ ਤੁਸੀਂ ਕੀ ਕਰ ਰਹੇ ਹੋ? ਅੱਜ ਕੱਲ੍ਹ ਦੇ ਦਿਨਾਂ 'ਚ ਅਸੀਂ ਟੀਵੀ ਦੇਖ ਰਹੇ ਹਾਂ, ਪੂਜਾ ਪਾਠ ਕਰ ਰਹੇ ਹਾਂ, ਲੋਕਾਂ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ, ਇੱਕ ਦੂਜੇ ਨੂੰ ਸਮਝਾ ਰਹੇ ਹਾਂ। ਜਿਹੜੀਆਂ ਗੱਲਾਂ ਕਦੇ ਸਮਝ 'ਚ ਨਹੀਂ ਆਈਆਂ ਸੀ, ਉਹ ਗੱਲਾਂ ਹੁਣ ਸਮਝ ਰਹੇ ਹਾਂ ਵੀ ਉਸ ਤੋਂ ਐਵੇਂ ਇੰਨੀ ਜ਼ਿੰਦਗੀ ਕੱਟ ਗਈ। ਅਸੀਂ ਕਹਿੰਦੇ ਹਾਂ ਵੀ ਅਸੀਂ ਜ਼ਿੰਦਗੀ ਖਰਾਬ ਕੱਟੀ ਹੈ, ਪਰ ਹੁਣ ਅਸੀਂ ਕਹਿੰਦੇ ਹਾਂ ਬੱਚਿਆਂ ਨੂੰ ਵੀ ਤੁਸੀਂ ਨਾ ਕੱਟਿਓ। ਅਸੀਂ ਤੁਹਾਨੂੰ ਆਪਦੇ ਐਕਸਪੀਰੀਅੰਸ, ਤੁਹਾਡੇ ਦਾਦਾ ਦਾਦੀ ਵੀ ਦੱਸਦੇ ਹੋਣਗੇ, ਹੋਰ ਵੀ ਦੱਸਦੇ ਹੋਣਗੇ, ਪਰ ਅਸੀਂ ਆਪਦੇ ਉੱਤੇ ਹੰਢਾਈਆਂ ਚੀਜ਼ਾਂ ਦੱਸ ਰਹੇ ਹਾਂ। ਹੁਣ ਰੂਬਰੂ ਅਸੀਂ ਆਪਣੇ ਬੱਚਿਆਂ ਨੂੰ ਦੱਸਦੇ ਹਾਂ ਵੀ ਤੁਸੀਂ ਇਹ ਚੀਜ਼ਾਂ ਨਾ ਕਰਿਓ, ਅਸੀਂ ਦੇਖ ਲਈ ਜ਼ਿੰਦਗੀ ਵੀ ਸਾਡੇ ਨਾਲ ਇਹ ਕੁਛ ਹੋਇਆ, ਹੁਣ ਤੁਸੀਂ ਨਾ ਕਰਿਓ। ਮੈਂ ਤਾਂ ਇਹ ਕਹਿੰਦੀ ਹਾਂ ਵੀ ਤੁਸੀਂ ਅੱਛੇ ਬਣਨ ਦੀ ਇੱਕ ਮਲਕੀਤ ਜੀ, ਇੱਕ ਝੂਠ, ਇੱਕ ਚੋਰੀ। ਝੂਠ ਚੋਰੀ ਇਹ ਦੋ ਚੀਜ਼ਾਂ ਨਾ ਤਬਾਹ ਕਰ ਦਿੰਦੀਆਂ ਇਨਸਾਨ ਨੂੰ। ਇਹ ਨਾ ਬੋਲੋ, ਸੱਚੀ ਗੱਲ ਨਾ ਕਹਿ ਦਿਓ, ਕੋਈ ਨੁਕਸਾਨ ਨਹੀਂ। ਜੇ ਤੁਹਾਨੂੰ ਕੋਈ ਕਹੇਗਾ ਮਾੜਾ ਹੈ, ਇਹ ਸੱਚੀ ਗੱਲ ਬੋਲਦਾ, ਇਹ ਤਾਂ ਲੱਕ ਹੈ ਫਲਾਂ, ਕੋਈ ਗੱਲ ਨਹੀਂ। ਆਪਾਂ ਕਿਹੜੇ ਇੱਥੇ ਪਟੇ ਲਿਖਾ ਕੇ ਜਾਣੇ ਆ ਵੀ ਭਾਈ ਸਾਡਾ ਪਿੱਛੋਂ ਨਾਂ ਲੈਂਦੇ ਰਹੋ, ਵੱਡੇ ਵੱਡੇ ਪੋਸਟਰ ਲਾਇਓ, ਕੁਛ ਨਹੀਂ। ਵਿਵੇਕ ਬੁੱਧੀ ਹੋਣੀ ਚਾਹੀਦੀ ਹੈ। ਚੰਗੇ ਨੂੰ ਚੰਗਾ ਕਹੋ, ਮਾੜੇ ਨੂੰ ਮਾੜਾ ਕਹਿਣ 'ਤੇ ਸੰਕੋਚ ਨਾ ਕਰੋ। ਨਹੀਂ, ਇੱਕ ਗੱਲ ਤੁਸੀਂ ਦੇਖੋ, ਜਦੋਂ ਤੁਸੀਂ ਬਚਪਨ ਦੇ ਵਿੱਚ ਹੀ, ਜਦੋਂ ਤੁਸੀਂ ਹੌਲੀ ਹੌਲੀ ਜਵਾਨੀ ਵੱਲ ਵੱਧਦੇ ਗਏ, ਇੱਕ ਗੱਲ ਮੈਨੂੰ ਜਿਹੜੀ ਮਿਸ ਹੋ ਰਹੀ ਲੱਗਦੀ ਹੈ ਕਿ ਸਾਡੇ ਜਿਹੜੇ ਪੇਰੈਂਟਸ ਸੀ, ਸਾਡੇ ਜਿਹੜੇ ਬਜ਼ੁਰਗ ਸੀ, ਉਹ ਸਾਨੂੰ ਕੋਲ ਬਿਠਾ ਕੇ ਕਈ ਵਾਰ ਬਾਤਾਂ ਸੁਣਾਉਂਦੇ ਸੀ, ਗੱਲਾਂ, ਉਹਦੇ ਵਿੱਚ ਬਹੁਤ ਸਾਰੀਆਂ ਚੰਗਿਆਈਆਂ ਗੱਲਾਂ ਹੁੰਦੀਆਂ ਸੀ। ਤੁਹਾਨੂੰ ਐਂ ਲੱਗਦਾ ਨਹੀਂ ਅੱਜ ਕੱਲ੍ਹ ਪੇਰੈਂਟਸ ਅਤੇ ਬੱਚਿਆਂ ਦਾ ਜਿਹੜਾ ਰਿਸ਼ਤਾ ਹੈ ਉਹ ਆਪਸ 'ਚ ਗੱਲਬਾਤ ਦਾ ਹੈ ਰਿਹਾ ਨਹੀਂ? ਗੱਲਬਾਤ ਦਾ ਨਾ ਬੱਚਿਆਂ ਦਾ ਰਿਹਾ। ਗੱਲ ਇਹ ਹੈ ਬਲਕਿ ਜੇ ਅੱਗੇ ਇਕੱਠੀਆਂ ਫੈਮਲੀਆਂ ਹੁੰਦੀਆਂ ਸੀ, ਘਰ 'ਚ ਕੋਈ ਮਾੜੀ ਚੰਗੀ ਗੱਲ ਹੋ ਜਾਂਦੀ ਸੀ, ਵੱਡੀ ਬੁੜੀ ਛੋਟੀ ਕੁੜੀ ਨੂੰ ਸਮਝਾ, ਕੋਈ ਨਹੀਂ ਤੇਰਾ ਦਾਦਾ ਵੀ ਐਂ ਕਰਦਾ, ਤੇਰਾ ਪਿਓ ਵੀ ਐਂ ਕਰਦਾ ਸੀ, ਤੇਰਾ ਪੜਦਾਦਾ ਵੀ ਐਂ ਕਰਦਾ ਸੀ, ਐਵੇਂ ਜਿਹੀ ਕੋਈ ਲੜਦਾ ਸੀ, ਐਵੇਂ ਜਿਹੀ ਗਾਲਾਂ ਕੱਢਦਾ ਸੀ, ਐਵੇਂ ਜਿਹੀ ਇਹੋ ਜਿਹਾ ਕੁਛ, ਪਰ ਉਹ ਸਮਝਾ ਲੈਂਦੇ ਸੀ। ਹੁਣ ਅਕਲ ਨੂੰ ਤਾਂ ਆਸ਼ਰਮਾਂ 'ਚ ਸੱਟਤਾ। ਭਾਈ ਸਾਹਿਬ ਸਮਝਾਵੇ ਕੌਣ? ਜਿਨ੍ਹਾਂ ਕੋਲ ਤਜਰਬੇ ਸੀ, ਜਿਨ੍ਹਾਂ ਕੋਲ ਤਜਰਬੇ ਸੀ, ਉਹ ਕਹਿੰਦੇ ਸੀ ਕੋਈ ਨਹੀਂ ਪੁੱਤ ਸਾਰ ਲੈ, ਕੋਈ ਨਹੀਂ ਪੁੱਤ ਸਾਰ ਲੈ। ਹੁਣ ਕਿਹੜਾ ਬੰਦਾ ਜਿਹੜਾ ਕਿੰਨੀ ਕੁ ਦੇਰ ਇੱਕ ਆਦਮੀ ਤੀਵੀਂ ਨੂੰ ਦੇਖੀ ਜਾਊਗਾ, ਤੀਵੀਂ ਆਦਮੀ ਨੂੰ ਦੇਖੀ ਜਾਊ। ਮੈਂ ਸੱਚੀ ਗੱਲ ਕਰਦੀ ਹਾਂ, ਕਿੰਨੀ ਕੁ ਦੇਰ ਕੱਟੀ ਜਾਓਗੇ ਤੁਸੀਂ? ਕਿੰਨੀ ਕੁ ਦੇਰ ਪੁੱਛੋਗੇ ਵੀ ਆ ਮੈਂ ਸੋਹਣੀ ਲੱਗਦੀ? ਉਹ ਦਾਦੀ ਨੂੰ ਕਹਾਂ ਬੇਬੇ ਮੈਂ ਸੋਹਣੀ, ਹਾਂ ਪੁੱਤ ਬਹੁਤ ਸੋਹਣੀ ਲੱਗਦੀ। ਦਾਦੀ ਨੂੰ, ਦਾਦਾ ਜੀ ਮੈਂ ਫਲਾਣੇ ਕੰਮ ਕਰਿਆ, ਹਾਂ ਪੁੱਤ ਕਰਿਆ। ਉਹਨਾਂ ਨੂੰ ਇਹ ਲੱਗਦਾ ਵੀ ਇਹਨਾਂ ਨੂੰ ਸਾਡੀ ਜ਼ਰੂਰਤ ਹੈ, ਇੰਨੀ ਕੁ ਗੱਲ ਨਾਲ ਉਹ ਖੁਸ਼ ਰਹਿੰਦੇ ਨੇ, ਅਤੇ ਅਗਲੇ ਨੂੰ ਵੀ ਲੱਗਦਾ ਕਿ ਮੇਰਾ ਉਸ ਪਾਸੋਂ ਅਟੈਂਸ਼ਨ ਡਾਇਵਰਟ ਹੋ ਕੇ ਇੱਧਰ ਆ ਗਈ ਹੈ। ਹੁਣ ਅਟੈਂਸ਼ਨ ਤਾਂ ਡਾਇਵਰਟ ਹੁੰਦੀ ਨਹੀਂ, 24 ਘੰਟੇ ਇੱਕੋ ਬੰਦੇ ਨੂੰ ਦੇਖਣਾ, ਇੱਕੋ ਬੰਦੇ ਨਾਲ ਗੱਲ ਕਰਨੀ, ਇੱਕੋ ਬੰਦੇ, ਅਤੇ ਫਿਰ ਹੁਣ ਫੈਮਲੀਆਂ ਵੀ ਦੇਖ ਲਓ ਜ਼ੀਰੋ ਹੋਈਆਂ ਪਈਆਂ, ਸਾਰੇ ਕਿਤੇ ਜ਼ੀਰੋ ਹੋਈਆਂ ਪਈਆਂ, ਰਿਸ਼ਤੇ ਖਤਮ ਹੋਏ ਪਏ ਜਾਂਦੇ ਆ। ਹੁਣ ਅਕਲ ਨੂੰ ਜਦੋਂ ਤੁਸੀਂ ਬਾਹਰ ਬਿਠਾਤਾ ਤੁਹਾਡੇ ਨਾਲ ਗੱਲ ਕਰਨ ਵਾਲਾ ਗੱਲ। ਬਹੁਤ ਬਹੁਤ ਮਿਹਰਬਾਨੀ ਜੀ, ਤੁਸੀਂ ਸਾਡੇ ਨਾਲ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ, ਬਹੁਤ ਬਹੁਤ ਸ਼ੁਕਰੀਆ। ਅਗਲੀ ਵਾਰ ਫਿਰ ਕਿਸੇ ਮਹਿਮਾਨ ਨਾਲ ਹਾਜ਼ਰ ਹੋਵਾਂਗੇ।